ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਕੁਝ ਖਬਰਾਂ ਤੇ। ਅਮਰੀਕਾ 'ਚ ਭਾਰਤੀਆਂ ਵਿਰੁੱਧ ਨਸਲੀ ਹਿੰਸਾ ਦੇ ਮਾਮਲੇ ਵਧਣ ਤੋਂ ਬਾਅਦ 2 ਸਾਲ ਦੇ ਵਿੱਚ 80,000 ਭਾਰਤੀਆਂ ਨੇ ਨਵੇਂ ਬੰਦੂਕ ਲਾਇਸੈਂਸ ਲਏ ਨੇ। ਅਮਰੀਕਾ 'ਚ ਭਾਰਤੀ ਭਾਈਚਾਰਾ ਸਭ ਤੋਂ ਸ਼ਾਂਤਮਈ ਮੰਨਿਆ ਜਾਂਦਾ ਹੈ। ਅਮਰੀਕੀ ਜਾਂਚ ਏਜੰਸੀ FBI ਦੀ ਇੱਕ ਰਿਪੋਰਟ ਦੇ ਮੁਤਾਬਕ ਦੇਸ਼ ਵਿੱਚ 2020 'ਚ ਭਾਰਤੀ ਅਮਰੀਕੀਆਂ ਤੇ ਹਮਲਿਆਂ 'ਚ 500% ਦਾ ਵਾਧਾ ਹੋਇਆ। ਪਿਛਲੇ 5 ਸਾਲਾਂ ਦੌਰਾਨ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਨੇ। ਅਮਰੀਕਾ ਵਿੱਚ ਭਾਰਤੀਆਂ ਵਿਰੁੱਧ ਹਿੰਸਾ ਦੇ ਮਾਮਲੇ ਵਧਣ ਤੋਂ ਬਾਅਦ 2 ਸਾਲਾਂ 'ਚ 80,000 ਭਾਰਤੀਆਂ ਨੇ ਨਵੇਂ ਬੰਦੂਕ ਲਾਇਸੈਂਸ ਲਏ ਨੇ। ਅਮਰੀਕਾ 'ਚ ਰਹਿੰਦੇ ਕਰੀਬ 40 ਲੱਖ ਭਾਰਤੀਆਂ 'ਚ ਪਹਿਲਾਂ ਬੰਦੂਕ ਰੱਖਣ ਦਾ ਰੁਝਾਨ ਨਹੀਂ ਸੀ। 2 ਸਾਲ ਪਹਿਲਾਂ ਸਿਰਫ 40,000 ਭਾਰਤੀਆਂ ਕੋਲ ਬੰਦੂਕਾਂ ਸਨ। ਅਮਰੀਕਾ ਦੇ ਨੈਸ਼ਨਲ ਫਾਇਰ ਆਰਮਜ਼ ਸਰਵੇ ਦੀ ਰਿਪੋਰਟ ਮੁਤਾਬਕ ਹੁਣ ਬੰਦੂਕ ਲਾਇਸੈਂਸ ਵਾਲੇ ਭਾਰਤੀਆਂ ਦੀ ਗਿਣਤੀ 1,20,000 ਹੋ ਗਈ ਹੈ। ਸਰਵੇਖਣ ਮੁਤਾਬਕ 80,000 ਭਾਰਤੀਆਂ ਨੇ ਬੰਦੂਕ ਲਾਇਸੈਂਸ ਲਈ ਅਪਲਾਈ ਕਰਨ ਦਾ ਮਨ ਬਣਾ ਲਿਆ ਹੈ। ਅਮਰੀਕਾ 'ਚ ਭਾਰਤੀ ਭਾਈਚਾਰਾ ਸਭ ਤੋਂ ਸ਼ਾਂਤਮਈ ਮੰਨਿਆ ਜਾਂਦਾ ਹੈ। ਇੱਥੇ ਹਰ 100 ਅਮਰੀਕੀਆਂ ਤੇ 120 ਬੰਦੂਕਾਂ ਨੇ। ਅਮਰੀਕੀ ਜਾਂਚ ਏਜੰਸੀ FBI ਦੀ ਇੱਕ ਰਿਪੋਰਟ ਦੇ ਮੁਤਾਬਕ ਦੇਸ਼ 'ਚ 2020 'ਚ ਭਾਰਤੀ ਅਮਰੀਕੀਆਂ ਤੇ ਹਮਲਿਆਂ 'ਚ 500% ਦਾ ਵਾਧਾ ਹੋਇਆ। ਇਹਨਾਂ 'ਚੋਂ ਜ਼ਿਆਦਾਤਰ ਹਿੰਦੂ ਧਰਮ ਦੇ ਪੈਰੋਕਾਰ ਨੇ। ਦੂਜੇ ਪਾਸੇ ਉੱਤਰੀ ਅਮਰੀਕਾ 'ਚ ਹਿੰਦੂਆਂ ਦੀ ਇੱਕ ਸੰਸਥਾ ਕੋਹਨਾ ਦੇ ਨਿਕੁੰਜ ਤ੍ਰਿਵੇਦੀ ਦਾ ਕਹਿਣਾ ਹੈ ਕਿ ਹਿੰਦੂ ਜਿਸ ਵੀ ਦੇਸ਼ 'ਚ ਜਾ ਕੇ ਵਸਦੇ ਨੇ ਉਸ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਂਦੇ ਨੇ। ਪਿਛਲੇ 5 ਸਾਲਾਂ ਦੌਰਾਨ ਹੋਏ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਨੇ। ਫਿੰਕਲਸਟਾਈਨ ਮੁਤਾਬਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਦੇ ਵਿੱਚ ਇਹਨਾਂ ਖਿਲਾਫ ਹਿੰਸਾ ਵਧੀ ਹੈ। ਇੱਕ ਸਾਜ਼ਿਸ਼ ਦੇ ਤਹਿਤ ਹਿੰਦੂ ਫੋਬੀਆ ਵਧਾਇਆ ਜਾ ਰਿਹਾ ਹੈ। ਏਸ਼ੀਅਨ ਅਮਰੀਕਨ ਸਟੋਰ ਓਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਪੁਲ ਪਟੇਲ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ 'ਚ ਭਾਰਤੀਆਂ ਤੇ ਨਸਲੀ ਹਮਲਿਆਂ ਦੇ ਮਾਮਲੇ 279 ਤੋਂ ਵੱਧ ਕੇ 470 ਹੋ ਗਏ ਨੇ। ਪਟੇਲ ਦੱਸਦੇ ਨੇ ਕਿ ਅਮਰੀਕਾ 'ਚ ਸਟੋਰ ਚਲਾਉਣ ਵਾਲੇ ਭਾਰਤੀਆਂ ਨੂੰ ਅਕਸਰ ਆਸਾਨ ਸ਼ਿਕਾਰ ਸਮਝ ਕੇ ਹਮਲਾ ਕੀਤਾ ਜਾਂਦਾ ਹੈ, ਕਿਉਂਕਿ ਲੁਟੇਰੇ ਇਹ ਮੰਨ ਕੇ ਅਪਰਾਧ ਕਰਦੇ ਨੇ ਕਿ ਉੱਥੇ ਕਿਸੇ ਕੋਲ ਹਥਿਆਰ ਨਹੀਂ ਹੋਣਗੇ। 6 ਮਹੀਨਿਆਂ 'ਚ ਭਾਰਤੀ ਮੂਲ ਦੇ 12 ਲੋਕਾਂ ਤੇ ਹਮਲੇ ਹੋਏ ਨੇ। ਕੈਲੀਫੋਰਨੀਆ ਤੇ ਜਾਰਜੀਆ 'ਚ ਸਟੋਰਾਂ 'ਚ ਪਾਰਟ ਟਾਈਮ ਨੌਕਰੀ ਕਰ ਰਹੇ 2 ਭਾਰਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪਿਛਲੇ ਮਹੀਨੇ ਓਹੀਓ 'ਚ ਇੱਕ ਭਾਰਤੀ ਵਿਦਿਆਰਥੀ ਦਾ ਕਤਲ ਹੋਇਆ ਸੀ। ਇਹਨਾਂ ਘਟਨਾਵਾਂ ਨੇ ਭਾਰਤੀਆਂ 'ਚ ਦਹਿਸ਼ਤ ਵਧਾ ਦਿੱਤੀ। ਅਮਰੀਕਾ 'ਚ ਬੰਦੂਕ ਸੱਭਿਆਚਾਰ ਦਾ ਇਤਿਹਾਸ ਲਗਭਗ 230 ਸਾਲ ਪੁਰਾਣਾ ਹੈ। 1791 'ਚ ਸੰਵਿਧਾਨ ਦੀ ਦੂਜੀ ਸੋਧ ਦੇ ਤਹਿਤ ਅਮਰੀਕੀ ਨਾਗਰਿਕਾਂ ਨੂੰ ਹਥਿਆਰ ਰੱਖਣ ਅਤੇ ਖਰੀਦਣ ਦਾ ਅਧਿਕਾਰ ਦਿੱਤਾ ਗਿਆ। ਉਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਕੋਈ ਸਥਾਈ ਸੁਰੱਖਿਆ ਬਲ ਨਹੀਂ ਸੀ। ਅਜਿਹੀ ਸਥਿਤੀ 'ਚ ਲੋਕਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹਥਿਆਰ ਰੱਖਣ ਦਾ ਅਧਿਕਾਰ ਦਿੱਤਾ ਗਿਆ ਸੀ। ਪਰ ਅਮਰੀਕਾ ਦਾ ਇਹ ਕਾਨੂੰਨ ਅੱਜ ਵੀ ਜਾਰੀ ਹੈ। ਅਮਰੀਕਾ 230 ਸਾਲਾਂ ਬਾਅਦ ਵੀ ਆਪਣਾ ਗਨ ਕਲਚਰ ਖਤਮ ਨਹੀਂ ਕਰ ਸਕਿਆ। ਇਸ ਦੇ 2 ਮੁੱਖ ਕਾਰਨ ਨੇ। ਪਹਿਲਾ, ਕਈ ਅਮਰੀਕੀ ਰਾਸ਼ਟਰਪਤੀ ਤੋਂ ਲੈ ਕੇ ਰਾਜਾਂ ਦੇ ਰਾਜਪਾਲਾਂ ਤੱਕ ਇਸ ਸੱਭਿਆਚਾਰ ਨੂੰ ਕਾਇਮ ਰੱਖਣ ਦੀ ਵਕਾਲਤ ਕਰਦੇ ਰਹੇ ਨੇ। ਦੂਜਾ ਕਾਰਨ ਬੰਦੂਕ ਬਣਾਉਣ ਵਾਲੀਆਂ ਕੰਪਨੀਆਂ ਯਾਨੀ ਕਿ ਬੰਦੂਕ ਲੌਬੀ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਯਾਨੀ ਕਿ NRA ਅਮਰੀਕਾ ਦੀ ਸਭ ਤੋਂ ਤਾਕਤਵਰ ਬੰਦੂਕ ਲੌਬੀ ਹੈ, ਜੋ ਉੱਥੋਂ ਦੇ ਸੰਸਦ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਲਈ ਬਹੁਤ ਸਾਰੇ ਪੈਸੇ ਖਰਚ ਕਰਦੀ ਹੈ। ਇਹ ਤਾਕਤਵਰ ਲੌਬੀ ਬੰਦੂਕ ਕਲਚਰ ਨੂੰ ਖਤਮ ਕਰਨ ਲਈ ਪ੍ਰਸਤਾਵਿਤ ਦੂਜੀ ਸੰਵਿਧਾਨਕ ਸੋਧ ਦਾ ਵਿਰੋਧ ਕਰਦੀ ਰਹੀ ਹੈ। ਅਮਰੀਕਾ 'ਚ ਛੋਟੇ ਜਹਾਜ਼ ਦੇ ਪਾਇਲਟ ਦੀ ਸਿਹਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਜਹਾਜ਼ 'ਚ ਸਵਾਰ ਇੱਕ ਯਾਤਰੀ ਨੇ ਫਲਾਈਟ ਨੂੰ ਉਡਾਇਆ। ਹਾਲਾਂਕਿ ਇਹ ਜਹਾਜ਼ ਅਮਰੀਕਾ ਦੇ ਮੈਸਾਚੂਸੇਟਸ 'ਚ ਇੱਕ ਟਾਪੂ ਤੇ ਕ੍ਰੈਸ਼ ਹੋ ਗਿਆ। ਇਹ ਘਟਨਾ ਵੈਸਟ ਟਿਸਬਰੀ ਮੈਸਾਚੂਸੇਟਸ 'ਚ ਮਾਰਥਾ ਦੇ ਵਿਨਯਾਰਡ 에ਅਰਪੋਰਟ ਨੇੜੇ ਸ਼ਨੀਵਾਰ ਦੁਪਹਿਰ ਨੂੰ ਵਾਪਰੀ। ਮੈਸਾਚੂਸੇਟਸ ਸਟੇਟ ਪੁਲਿਸ ਨੇ ਦੱਸਿਆ ਕਿ ਇਸ ਜਹਾਜ਼ ਦੀ ਲੈਂਡਿੰਗ ਦੌਰਾਨ 79 ਸਾਲਾ ਪੁਰਸ਼ ਪਾਇਲਟ ਦੀ ਹਾਲਤ ਵਿਗੜ ਗਈ। ਅਮਰੀਕਾ 'ਚ ਫਲਾਈਟ ਨਾਲ ਸੰਬੰਧਿਤ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹਾਲ ਹੀ 'ਚ ਇੱਥੇ ਅਸਮਾਨ 'ਚ ਉੱਡ ਰਹੇ ਜਹਾਜ਼ ਦਾ ਪਾਇਲਟ ਅਚਾਨਕ ਬਿਮਾਰ ਹੋ ਗਿਆ,
ਦ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਛੋਟੇ ਜਹਾਜ਼ ਦੇ ਪਾਇਲਟ ਦੀ ਸਿਹਤ ਅਚਾਨਕ ਖਰਾਬ ਹੋ ਗਈ। ਇਸ ਤੋਂ ਬਾਅਦ ਜਹਾਜ਼ 'ਚ ਸਵਾਰ ਇੱਕ ਯਾਤਰੀ ਨੇ ਫਲਾਈਟ ਨੂੰ ਉਡਾਇਆ। ਹਾਲਾਂਕਿ ਇਹ ਜਹਾਜ਼ ਅਮਰੀਕਾ ਦੇ ਮੈਸਾਚੁਸੇਟਸ ਦੇ ਇੱਕ ਟਾਪੂ ਤੇ ਕ੍ਰੈਸ਼ ਹੋ ਗਿਆ। ਇਹ ਘਟਨਾ ਵੈਸਟ ਟਿਸਬਰੀ 'ਚ ਮਾਰਥਾ ਦੇ ਵਿਨਾਰਡ ਏਅਰਪੋਰਟ ਨੇੜੇ ਸ਼ਨੀਵਾਰ ਦੁਪਹਿਰ ਨੂੰ ਵਾਪਰੀ। ਮੈਸਾਚਿਊਸੇਟਸ ਸਟੇਟ ਪੁਲਿਸ ਨੇ ਦੱਸਿਆ ਕਿ ਜਹਾਜ਼ ਦੀ ਲੈਂਡਿੰਗ ਦੌਰਾਨ 79 ਸਾਲਾ ਪੁਰਸ਼ ਪਾਇਲਟ ਦੀ ਹਾਲਤ ਵਿਗੜ ਗਈ। ਦ ਪੋਸਟ ਨੇ ਸੂਬਾਈ ਪੁਲਿਸ ਦੇ ਹਵਾਲੇ ਨਾਲ ਕਿਹਾ ਹੈ, ਹਾਦਸੇ ਦੌਰਾਨ ਜਹਾਜ਼ ਨੇ ਰਨਵੇ ਤੋਂ ਬਾਹਰ ਮੁਸ਼ਕਲ ਨਾਲ ਲੈਂਡਿੰਗ ਕੀਤੀ, ਜਿਸ ਕਾਰਨ ਜਹਾਜ਼ ਦਾ ਖੱਬਾ ਵਿੰਗ ਅੱਧਾ ਟੁੱਟ ਗਿਆ। ਹਾਲਾਂਕਿ ਅਧਿਕਾਰੀਆਂ ਨੇ ਜਹਾਜ਼ 'ਚ ਸਵਾਰ ਕਿਸੇ ਵੀ ਵਿਅਕਤੀ ਦਾ ਨਾਮ ਨਹੀਂ ਦੱਸਿਆ ਤੇ ਕਿਹਾ ਕਿ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਪਾਇਲਟ ਨੂੰ ਤੁਰੰਤ ਬੋਸਟਨ ਹਸਪਤਾਲ ਲਿਜਾਇਆ ਗਿਆ। ਪੁਲਿਸ ਦੇ ਹਵਾਲੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਮਹਿਲਾ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਤੇ ਉਸ ਨੂੰ ਸਥਾਨਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2006 ਦਾ ਪਾਈਪਰ ਮੈਰੀਡੀਅਨ ਏਅਰਪਲੇਨ ਸ਼ਨੀਵਾਰ ਦੁਪਹਿਰ ਨਿਊਯਾਰਕ ਦੇ ਵੈਸਟਚੈਸਟਰ ਕਾਉਂਟੀ ਤੋਂ ਰਵਾਨਾ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਪਾਇਲਟ ਅਤੇ ਯਾਤਰੀ ਦੋਵੇਂ ਕਨੈਕਟੀਕਟ ਦੇ ਨਿਵਾਸੀ ਨੇ। ਸੂਬਾਈ ਪੁਲਿਸ, ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਸੰਘੀ ਹਵਾਈਬਾਜ਼ੀ ਪ੍ਰਸ਼ਾਸਨ ਹਾਦਸੇ ਦੀ ਜਾਂਚ ਕਰ ਰਹੇ ਨੇ। FAA ਦੇ ਬੁਲਾਰੇ ਨੇ ਕਿਹਾ ਕਿ NTSB ਜਾਂਚ ਦਾ ਇੰਚਾਰਜ ਹੈ। ਪੋਸਟ ਨੇ ਸੂਬਾਈ ਪੁਲਿਸ ਦੇ ਹਵਾਲੇ ਨਾਲ ਕਿਹਾ ਹੈ ਕਿ ਜਹਾਜ਼ ਨੂੰ ਹਟਾ ਕੇ ਹਵਾਈ ਅੱਡੇ ਦੇ ਇੱਕ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ ਤੇ ਹਾਦਸੇ ਵਾਲੀ ਥਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਲਗਭਗ 24 ਸਾਲ ਪਹਿਲਾਂ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਸੀ ਜਦੋਂ ਇੱਕ ਪਾਈਪਰ ਦੁਰਘਟਨਾ 'ਚ ਮਾਰਥਾ ਦੇ ਵਾਈਨਯਾਰਡ ਨੇੜੇ ਜੌਨ F ਕੈਨੇਡੀ ਜੂਨੀਅਰ, ਉਸ ਦੀ ਪਤਨੀ ਕੈਰੋਲਿਨ ਬੈਸਟ ਅਤੇ ਉਸ ਦੀ ਭੈਣ ਲੌਰੇਨ ਬੈਸਟ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਦੀ ਸ਼ਮੀਨਾ ਸਿੰਘ ਨੂੰ ਰਾਸ਼ਟਰਪਤੀ ਦੀ ਨਿਰਯਾਤ ਕੌਂਸਲ 'ਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਕੌਂਸਲ ਅੰਤਰਰਾਸ਼ਟਰੀ ਵਪਾਰ ਤੇ ਪ੍ਰਮੁੱਖ ਰਾਸ਼ਟਰੀ ਸਲਾਹਕਾਰ ਸੰਸਥਾ ਵਜੋਂ ਕੰਮ ਕਰਦੀ ਹੈ। ਸ਼ਮੀਨਾ ਸਿੰਘ ਮਾਸਟਰਕਾਰਡ ਸੈਂਟਰ ਫਾਰ ਇਨਕਲੂਸਿਵ ਗਰੋਥ ਦੀ ਸੰਸਥਾਪਕ ਅਤੇ ਚੇਅਰਪਰਸਨ ਹੈ। ਅਮਰੀਕਾ ਦੇ ਪੂਰਬੀ ਪੈਨਸਿਲਵੇਨੀਆ 'ਚ ਹੜ੍ਹ ਅਤੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਦ ਹਿੱਲ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਅਚਾਨਕ ਹੜ੍ਹ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। 16 ਜੁਲਾਈ ਦੀ ਦੁਪਹਿਰ ਤੋਂ ਇੱਕੋ ਪਰਿਵਾਰ ਦੇ 2 ਛੋਟੇ ਬੱਚੇ, ਇੱਕ 2 ਸਾਲ ਦੀ ਲੜਕੀ ਤੇ ਇੱਕ 9 ਮਹੀਨੇ ਦਾ ਲੜਕਾ ਲਾਪਤਾ ਨੇ। ਅੱਪਰ ਮੈਕਫੀਲਡ ਟਾਊਨਸ਼ਿਪ ਪੁਲਿਸ ਡਿਪਾਰਟਮੈਂਟ ਦਾ ਹਵਾਲਾ ਦਿੰਦੇ ਹੋਏ ਦ ਹਿੱਲ ਨੇ ਰਿਪੋਰਟ ਕੀਤੀ ਕਿ ਚਾਰਲਸਟਨ ਐਸੀ ਪਰਿਵਾਰ ਹੜ੍ਹ ਪ੍ਰਭਾਵਿਤ ਇਲਾਕੇ 'ਚ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਆਇਆ ਹੋਇਆ ਸੀ। ਇਸ ਦੇ ਨਾਲ ਹੀ ਉਹ ਅਚਾਨਕ ਆਏ ਹੜ੍ਹ ਦਾ ਸ਼ਿਕਾਰ ਹੋ ਗਿਆ, ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਉਹਨਾਂ ਵਿੱਚ ਮਾਂ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਪਿਤਾ, 4 ਸਾਲ ਦਾ ਬੇਟਾ ਤੇ ਦਾਦੀ ਜ਼ਿੰਦਾ ਨੇ। ਪੁਲਿਸ ਵਿਭਾਗ ਨੇ ਕਿਹਾ ਕਿ ਅਜੇ ਤੱਕ ਲਾਪਤਾ 2 ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ। ਉਹਨਾਂ ਨੂੰ ਉਹਨਾਂ ਦੇ ਪਿਆਰਿਆਂ ਨਾਲ ਮਿਲਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਪਰ ਮੈਫੀਲਡ ਫਾਇਰ ਕੰਪਨੀ ਦੇ ਮੁਖੀ ਟਿਮ ਬਰੂਵਰ ਨੇ ਐਤਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਸੜਕ ਤੇ 11 ਵਿੱਚੋਂ 3 ਕਾਰਾਂ ਅਚਾਨਕ ਹੜ੍ਹ ਵਿੱਚ ਵਹਿ ਗਈਆਂ। ਉਹਨਾਂ ਕਿਹਾ ਕਿ ਬਚਾਅ ਕਾਰਜ ਦੌਰਾਨ ਕਾਰਾਂ ਵਿੱਚੋਂ 8 ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ 2 ਹੋਰ ਲੋਕਾਂ ਨੂੰ ਨੇੜੇ ਦੀ ਨਦੀ 'ਚੋਂ ਕੱਢਿਆ ਗਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਹਫ਼ਤੇ ਦੇ ਅੰਤ 'ਚ ਦੇਸ਼ ਦੇ ਉੱਤਰ ਪੂਰਬ 'ਚ ਤੂਫਾਨ ਦੇ ਕਾਰਨ ਅਮਰੀਕਾ 'ਚ ਅਤੇ ਬਾਹਰ 1500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। FAA ਨੇ ਐਤਵਾਰ ਦੇਰ ਰਾਤ ਦੇ ਹਵਾਲੇ ਨਾਲ ਕਿਹਾ ਕਿ ਗਰਜ ਅਤੇ ਭਾਰੀ ਮੀਂਹ ਨੇ ਨਿਊਯਾਰਕ ਅਤੇ ਨਿਊ ਜਰਸੀ ਦੇ ਪ੍ਰਮੁੱਖ ਹਵਾਈ ਅੱਡਿਆਂ ਤੇ ਵੱਡੇ ਪੱਧਰ ਤੇ ਉਡਾਣਾਂ 'ਚ ਵਿਘਨ ਅਤੇ ਜ਼ਮੀਨੀ ਰੋਕਾਂ ਦਾ ਕਾਰਨ ਬਣੀਆਂ ਨੇ। ਫਲਾਈਟ ਟਰੈਕਿੰਗ ਸਾਈਟ ਫਲਾਈਟ ਅਵੇਅਰ ਦੇ ਅਨੁਸਾਰ ਨਿਊ ਜਰਸੀ ਦੇ ਨੇਵਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਨੇ ਐਤਵਾਰ ਰਾਤ ਤੱਕ 362 ਉਡਾਣਾਂ ਨੂੰ ਰੱਦ ਕਰਨ ਅਤੇ 337 ਦੇਰੀ ਨਾਲ ਸਭ ਤੋਂ ਮਹੱਤਵਪੂਰਨ ਰੱਦ ਹੋਣ ਦਾ ਅਨੁਭਵ ਕੀਤਾ ਹੈ। ਨਿਊਯਾਰਕ 'ਚ JFK ਅੰਤਰਰਾਸ਼ਟਰੀ ਹਵਾਈ ਅੱਡੇ ਨੇ 318 ਰੱਦ ਤੇ 426 ਉਡਾਣਾਂ ਦੇਰੀ ਨਾਲ ਵੇਖੀਆਂ। ਸ਼ਹਿਰ ਦੇ ਇੱਕ ਹੋਰ ਹਵਾਈ ਅੱਡੇ ਤੇ ਲਗਾਡੀਆ ਹਵਾਈ ਅੱਡੇ ਤੇ ਰੱਦ ਕੀਤੀਆਂ ਉਡਾਣਾਂ ਦੀ ਗਿਣਤੀ 270 ਤੱਕ ਪਹੁੰਚ ਗਈ ਹੈ। ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ ਨੂੰ ਵੀ ਐਤਵਾਰ ਸ਼ਾਮ ਨੂੰ ਗਰਜ ਤੂਫਾਨ ਕਾਰਨ ਜ਼ਮੀਨੀ ਰੋਕ ਦਾ ਅਨੁਭਵ ਕੀਤਾ ਗਿਆ। ਫਲਾਈਟ ਅਵੇਅਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਲਗਭਗ 260 ਉਡਾਣਾਂ ਰੱਦ ਕੀਤੀਆਂ ਗਈਆਂ ਨੇ। US ਦੇ ਉੱਤਰ ਪੂਰਬ 'ਚ 56 ਮਿਲੀਅਨ ਤੋਂ ਵੱਧ ਲੋਕ ਹੜ੍ਹਾਂ ਦੀ ਨਿਗਰਾਨੀ ਹੇਠ ਸਨ ਕਿਉਂਕਿ ਐਤਵਾਰ ਨੂੰ ਭਾਰੀ ਬਾਰਿਸ਼ ਹੋਈ, ਜਿਸ ਨਾਲ ਨਿਊਯਾਰਕ, ਨਿਊ ਜਰਸੀ, ਪੈਨਸਿਲਵੇਨੀਆ,
ਡੇਲਾਵੇਅਰ ਅਤੇ ਮੈਰੀਲੈਂਡ ਦੇ ਕੁਝ ਹਿੱਸਿਆਂ 'ਚ ਅਚਾਨਕ ਹੜ੍ਹ ਆਇਆ ਤੇ ਬਿਜਲੀ ਬੰਦ ਹੋ ਗਈ। ਜਲਵਾਯੂ ਪਰਿਵਰਤਨ ਦੀ ਵੱਧਦੀ ਰਫ਼ਤਾਰ ਕਾਰਨ ਪੂਰੀ ਦੁਨੀਆ ਤੇ ਗਲੋਬਲ ਵਾਰਮਿੰਗ ਦਾ ਪ੍ਰਭਾਵ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਕਾਰਨ ਪੱਛਮੀ ਦੇਸ਼ਾਂ ਵਿੱਚ ਗਰਮੀ ਦੇ ਨਵੇਂ ਰਿਕਾਰਡ ਲਗਾਤਾਰ ਬਣਾਏ ਜਾ ਰਹੇ ਨੇ। ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਗਰਮ ਸਥਾਨਾਂ 'ਚੋਂ ਇੱਕ ਕੈਲੀਫੋਰਨੀਆ ਦੀ ਡੈਥ ਵੈਲੀ 'ਚ ਐਤਵਾਰ ਨੂੰ ਤਾਪਮਾਨ 53 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਕੈਲੀਫੋਰਨੀਆ ਸ਼ਹਿਰ 'ਚ ਮਿਲਟਰੋਨ ਲੇਕ 'ਚ ਡੁੱਬਣ ਨਾਲ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਹਸ਼ਨਪ੍ਰੀਤ ਸਿੰਘ 22 ਸਾਲ ਦੇ ਪੁੱਤਰ ਕਸ਼ਮੀਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਸ਼ਨਪ੍ਰੀਤ 2021 'ਚ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਖੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਗਿਆ ਸੀ। ਬੀਤੇ ਦਿਨੀ ਉਹ ਆਪਣੇ ਦੋਸਤਾਂ ਨਾਲ ਮਿਲਟਰੋਨ ਲੇਕ ਉੱਤੇ ਘੁੰਮਣ ਗਿਆ ਸੀ ਕਿ ਅਚਾਨਕ ਹਸ਼ਨਪ੍ਰੀਤ ਦਾ ਪੈਰ ਤਿਲਕ ਗਿਆ ਤੇ ਉਹ ਝੀਲ ਵਿੱਚ ਡੁੱਬ ਗਿਆ। ਉੱਥੋਂ ਦੇ ਪ੍ਰਸ਼ਾਸਨ ਤੇ ਗੋਤਾਖੋਰਾਂ ਨੇ ਰੈਸਕਿਊ ਕਰਕੇ ਉਸ ਨੂੰ ਬਾਹਰ ਕੱਢ ਲਿਆ ਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਉਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇੱਕ ਵਾਰ ਡਾਕਟਰਾਂ ਨੇ ਉਸ ਨੂੰ ਬਚਾ ਲਿਆ ਤੇ ਉਸ ਦੇ ਸਾਹ ਚੱਲਦੇ ਹੋ ਗਏ, ਪਰ ਕੁਝ ਹੀ ਦੇਰ ਬਾਅਦ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹਸ਼ਨਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਦੀ 1.5 ਮਹੀਨਾ ਪਹਿਲਾਂ ਗੰਡਾਖੇੜੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ ਸੀ ਤੇ ਅੱਜ ਜਵਾਨ ਪੁੱਤ ਦੀ ਵੀ ਪਾਣੀ 'ਚ ਡੁੱਬਣ ਨਾਲ ਹੀ ਮੌਤ ਹੋਈ ਹੈ। ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਨਿਊ ਜਰਸੀ ਸੂਬੇ ਅਧੀਨ ਆਉਂਦੇ ਵਿੰਡਸਰ ਟਾਊਨ ਦੀ ਇੱਕ 16 ਸਾਲਾ ਭਾਰਤੀ ਮੂਲ ਦੀ ਗਰਲ ਸਕਾਊਟ ਰਿਧੀ ਸ਼ਰਮਾ ਨੂੰ ਹਾਰਡ ਟੂ ਅਚੀਵਮੈਂਟ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਰਿਧੀ ਦੱਖਣੀ ਨਿਊ ਜਰਸੀ ਟਰੂਪ 70054 ਦੀ ਗਰਲ ਸਕਾਊਟ ਦੀ ਮੈਂਬਰ ਅਤੇ ਸੰਸਥਾ ਦਾ ਰਾਸ਼ਟਰੀ ਗੋਲਡ ਅਵਾਰਡ ਪ੍ਰਾਪਤ ਯੋਗ ਗਰਲ ਸਕਾਊਟ 'ਚੋਂ ਇੱਕ ਹੈ, ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਪ੍ਰੋਗਰਾਮ ਬਣਾਉਣ ਦੇ ਲਈ ਉਸ ਦੇ ਯਤਨਾਂ ਲਈ ਪ੍ਰਾਪਤ ਹੋਇਆ ਹੈ। ਨਿਊ ਜਰਸੀ ਸੂਬੇ ਅਧੀਨ ਆਉਂਦੇ ਵਿੰਡਸਰ ਟਾਊਨ ਦੀ ਇੱਕ 16 ਸਾਲਾ ਭਾਰਤੀ ਮੂਲ ਦੀ ਗਰਲ ਸਕਾਊਟ ਰਿਧੀ ਸ਼ਰਮਾ ਨੂੰ ਹਾਰਡ ਟੂ ਅਚੀਵਮੈਂਟ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਰਿਧੀ ਭਾਰਤ ਦੇ ਵਿੱਚ ਮੁੰਬਈ ਦੇ ਬਾਲ ਕਲਿਆਣ ਨਗਰੀ ਦੇ ਇੱਕ ਅਨਾਥ ਆਸ਼ਰਮ ਸਕੂਲ 'ਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿਖਾ ਰਹੀ ਹੈ। ਸਾਊਥ ਨਿਊ ਜਰਸੀ ਦੀ ਭਾਰਤੀ ਮੂਲ ਦੀ ਇਹ ਗਰਲ ਸਕਾਊਟਸ ਪੱਛਮੀ ਵਿੰਡਸਰ ਟਾਊਨ ਦੀ ਰਹਿਣ ਵਾਲੀ 16 ਸਾਲਾ ਰਿਧੀ ਸ਼ਰਮਾ ਹੈ, ਜੋ ਮੁੰਬਈ ਭਾਰਤ ਦੇ ਬਾਲ ਕਲਿਆਣ ਨਗਰੀ ਅਨਾਥ ਆਸ਼ਰਮ ਸਕੂਲ ਦੇ ਵਿੱਚ ਰਹਿ ਰਹੀਆਂ ਕੁੜੀਆਂ ਨੂੰ ਗਰੀਬੀ ਦੇ ਚੱਕਰ ਤੋਂ ਬਚਾਉਣ ਲਈ ਇਹ ਰਸਤਾ ਲੱਭਣਾ ਚਾਹੁੰਦੀ ਸੀ। ਇੱਕ ਅਧਿਆਪਕ ਦੀ ਭੂਮਿਕਾ 'ਚ ਕਦਮ ਰੱਖਦੇ ਹੋਏ ਰਿਧੀ ਨੇ ਕੁੜੀਆਂ ਨੂੰ ਉਹਨਾਂ ਦੇ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੂੰ ਸੁਧਾਰਨ 'ਚ ਮਦਦ ਕਰਨ ਲਈ ਅੰਗਰੇਜ਼ੀ ਸਾਖਰਤਾ ਪ੍ਰੋਗਰਾਮ ਬਣਾਇਆ ਤੇ ਅਨਾਥ ਆਸ਼ਰਮ 'ਚ ਬੱਚਿਆਂ ਨੂੰ ਪੜ੍ਹਾਉਣ 'ਚ ਉਹ ਸਮਾਂ ਬਿਤਾਉਂਦੀ ਹੈ। ਰਿਧੀ ਦਾ ਕਹਿਣਾ ਹੈ ਕਿ ਮੈਂ ਪ੍ਰੋਗਰਾਮ ਇਸ ਲਈ ਬਣਾਇਆ ਕਿਉਂਕਿ ਮੈਨੂੰ ਭਾਸ਼ਾ ਕਲਾਵਾਂ ਦਾ ਸ਼ੌਕ ਹੈ। ਮੈਂ ਪੜ੍ਹਨਾ ਤੇ ਲਿਖਣਾ ਪਸੰਦ ਕਰਦੀ ਹਾਂ ਤੇ ਵਿਸ਼ਵਾਸ ਕਰਦੀ ਹਾਂ ਕਿ ਸ਼ਬਦ ਬਹੁਤ ਹੀ ਸ਼ਕਤੀਸ਼ਾਲੀ ਸਾਧਨ ਹੁੰਦੇ ਨੇ। ਸਿੱਖਿਆ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਲੋਕਾਂ ਲਈ ਉੱਚ ਤਨਖਾਹ ਵਾਲੀਆਂ ਨੌਕਰੀਆਂ 'ਚ ਕੰਮ ਕਰਨ ਦਾ ਮੌਕਾ ਪੈਦਾ ਕਰਦੀ ਹੈ। ਰਿਧੀ ਦੱਖਣੀ ਨਿਊ ਜਰਸੀ ਟਰੂਪ 70054 ਦੀ ਗਰਲਜ਼ ਸਕਾਊਟਸ ਦੀ ਮੈਂਬਰ ਅਤੇ ਸੰਸਥਾ ਦਾ ਰਾਸ਼ਟਰੀ ਗੋਲਡ ਅਵਾਰਡ ਪ੍ਰਾਪਤ ਯੋਗ ਗਰਲ ਸਕਾਊਟਸ ਵਿੱਚੋਂ ਇੱਕ ਹੈ, ਜਿਸ ਨੂੰ ਅੰਗਰੇਜ਼ੀ ਭਾਸ਼ਾ ਦੇ ਪ੍ਰੋਗਰਾਮ ਨੂੰ ਬਣਾਉਣ ਲਈ ਉਸ ਦੇ ਯਤਨਾਂ ਲਈ ਪ੍ਰਾਪਤ ਹੋਇਆ ਹੈ। ਰਿਧੀ ਨੇ ਕਿਹਾ ਕਿ ਅੰਗਰੇਜ਼ੀ ਭਾਰਤ ਦੀ ਦੂਜੀ ਸਰਕਾਰੀ ਭਾਸ਼ਾ ਹੈ ਅਤੇ ਸਿੱਖਣਾ ਮਹੱਤਵਪੂਰਨ ਹੈ ਕਿਉਂਕਿ ਇਹ ਅਧਿਕਾਰਤ ਦਸਤਾਵੇਜ਼ਾਂ ਤੇ ਵਰਤੀ ਜਾਂਦੀ ਹੈ। ਭਾਰਤ 'ਚ ਉੱਚ ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਅੰਗਰੇਜ਼ੀ 'ਚ ਰਵਾਨਗੀ ਹੋਣਾ ਜ਼ਰੂਰੀ ਹੈ ਤੇ ਵੱਡੀ ਕਿਸਮ ਦੇ ਲੋਕਾਂ ਨਾਲ ਜੁੜਨ ਲਈ ਅੰਗਰੇਜ਼ੀ ਬਹੁਤ ਜ਼ਰੂਰੀ ਹੈ ਕਿਉਂਕਿ ਭਾਰਤ 'ਚ 100 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਜਿਨ੍ਹਾਂ ਵਿੱਚ ਮੁੰਬਈ ਵਰਗੇ ਸ਼ਹਿਰ 'ਚ ਭਾਰਤ ਦੇ ਸਾਰੇ ਲੋਕ ਰਹਿੰਦੇ ਨੇ ਜੋ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਬੋਲਦੇ ਨੇ ਤੇ ਅੰਗਰੇਜ਼ੀ ਅਕਸਰ ਇੱਕੋ ਇੱਕ ਆਮ ਭਾਸ਼ਾ ਹੁੰਦੀ ਹੈ। ਰਿਧੀ ਨੇ ਕਿਹਾ ਕਿ ਉਹ ਹਫ਼ਤੇ ਦੇ 5 ਦਿਨ ਹਰ ਰੋਜ਼ 3 ਘੰਟੇ ਤੱਕ ਪ੍ਰੋਗਰਾਮ ਤੇ ਕੰਮ ਕਰਦੀ ਹੈ, ਜਿਸ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣਾ ਸ਼ਾਮਿਲ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।